ਗੁੱਡ ਮਾਰਨਿੰਗ ਸਟੂਡੈਂਟਸ, ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ, ਆਪਾਂ ਕਹਾਣੀ ਅੰਗ ਸੰਗ ਇੱਥੇ ਤੱਕ ਪੜ੍ਹੀ ਸੀ ਕਿ ਅਮਰੀਕ ਦੇ ਪਿਤਾ ਨੇ ਕਈ ਤਰ੍ਹਾਂ ਦੇ ਸ਼ੌਂਕ ਪਾਲ ਰੱਖੇ ਸਨ, ਜਿਵੇਂ ਸ਼ਿਕਾਰ ਕਰਨਾ ਤੇ ਕਬੱਡੀ ਖੇਲਣੀ। ਉਹ ਅਜਿਹਾ ਇਸ ਕਰਕੇ ਕਰਦਾ ਸੀ ਕਿਉਂਕਿ ਉਹਨੂੰ ਆਪਣੇ ਪਿਤਾ ਦਾ ਸਹਾਰਾ ਸੀ, ਆਸਰਾ ਸੀ। ਉਹਦਾ ਪਿਤਾ ਉਸ ਨੂੰ ਸਿੰਗਾਪੁਰ ਤੋਂ ਥੋੜ੍ਹੇ ਬਹੁਤ ਪੈਸੇ ਭੇਜੀ ਰੱਖਦਾ ਸੀ। ਆਓ ਇਹ ਕਹਾਣੀ ਅੱਗੇ ਪੜ੍ਹਦੇ ਹਾਂ। ਉਦੋਂ ਅਜੇ ਨਵੀਆਂ ਖਾਦਾਂ ਤੇ ਬੀਜ ਤੁਰੇ ਨਹੀਂ ਸਨ ਮਤਲਬ ਬੀਜ ਤੇ ਖਾਦਾਂ ਨਵੀਆਂ ਆਈਆਂ ਨਹੀਂ ਸਨ। ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ, ਕਿਉਂਕਿ ਇਹ ਬਹੁਤੀ ਆਮਦਨ ਵਾਲਾ ਵਸੀਲਾ ਨਹੀਂ ਸੀ। ਵਸੀਲਾ ਸਾਧਨ ਉਸ ਸਮੇਂ ਖੇਤੀ ਕਰਨਾ ਕੋਈ ਬਹੁਤੀ ਆਮਦਨ ਵਾਲਾ ਕਮਾਈ ਦਾ ਕੋਈ ਸਾਧਨ ਨਹੀਂ ਸੀ। ਸ਼ਾਇਦ ਉਂਝ ਵੀ ਬਹੁਤੀ ਆਮਦਨ ਕਮਾਉਣ ਵੱਲ ਉਸਦਾ ਰੁਝਾਨ ਨਹੀਂ ਸੀ, ਰੁਝਾਨ ਇੱਛਾ। ਤੇ ਸ਼ਾਇਦ ਉਹਦੀ ਇੱਛਾ ਵੀ ਨਹੀਂ ਸੀ ਕਿ ਉਹ ਬਹੁਤ ਸਾਰਾ ਪੈਸਾ ਕਮਾਵੇ। ਇੰਝ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਸ਼ਰਿਆਂ ਵਿੱਚ ਹੀ ਉਡਾ ਆਉਂਦਾ ਸੀ, ਗੁਲਸ਼ਰਿਆਂ 'ਚ ਫਜ਼ੂਲ ਦੇ ਕੰਮਾਂ 'ਚ ਉਡਾ ਆਉਂਦਾ ਸੀ। ਪਰ ਪਿੰਡ ਵਿੱਚ ਉਸਦੀ ਇੱਜ਼ਤ ਬਣੀ ਹੋਈ ਸੀ, ਮਾਨ ਸੀ। ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਸਫੇਦ ਕੱਪੜੇ ਪਾਉਣ ਕਰਕੇ, ਪੈਸੇ ਵਾਲੇ ਦਾ ਪੁੱਤ ਕਰਕੇ ਤੇ 4 ਬੰਦੇ ਡਾਂਗਾਂ ਫੜ ਕੇ ਤੁਰਨ ਵਾਲੇ ਹੋਣ ਕਰਕੇ ਉਹਦੇ ਨਾਲ 4 ਬੰਦੇ ਡਾਂਗਾਂ ਫੜੀ ਰੱਖਦੇ ਸਨ। ਤੇ ਅਮਰੀਕ ਪਿਓ ਦੇ ਨਾਲ ਫਿਰਦਾ ਤਾਂ ਉਹਦੇ ਪਿਓ ਦੇ ਯਾਰ ਉਸਨੂੰ ਲੜਾਉਂਦੇ ਰਹਿੰਦੇ। ਜਦੋਂ ਆਪਣੇ ਪਿਤਾ ਨਾਲ ਘੁੰਮਦਾ ਤਾਂ ਉਸਦੇ ਪਿਤਾ ਦੇ ਦੋਸਤ ਉਸਨੂੰ ਪਿਆਰ ਕਰਦੇ ਸਨ। ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਝ ਢਾਣੀਆਂ ਵਿੱਚੋਂ ਫਿਰਨ ਤੋਂ ਵਰਜਦੀ ਰੋਕਦੀ ਰਹਿੰਦੀ ਸੀ, ਪਰ ਉਹ ਉਸ ਦੀ ਪਰ ਉਹ ਕਿਸ ਦੀ ਪਰਵਾਹ ਕਰਦਾ ਸੀ? ਉਹ ਤਾਂ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਪਤਨੀ ਦੀ ਤਾਂ ਜ਼ਰੂਰਤ ਹਿੰਮਤ ਹੀ ਨਹੀਂ ਸੀ ਉਸ ਅੱਗੇ ਉਬਾਸਰੇ ਕੁਛ ਕਹੇ। ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਖਲ ਦੇਣ ਦਾ? ਉਸਦਾ ਇਹ ਵਿਚਾਰ ਸੀ। ਉਹ ਸੋਚਦਾ ਸੀ ਕਿ ਔਰਤਾਂ ਨੂੰ ਆਦਮੀਆਂ ਦੇ ਕੰਮ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਤੇ ਇੰਝ ਦਿਨ ਗੁਜ਼ਰਦੇ ਜਾ ਰਹੇ ਸਨ। ਅਮਰੀਕ ਦਾ ਦਾਦਾ 2-4 ਸਾਲਾਂ ਬਾਅਦ ਕਿਧਰੇ ਆਉਂਦਾ ਸੀ, 2-4 ਸਾਲਾਂ ਬਾਅਦ ਕਦੇ ਆ ਜਾਂਦਾ ਸੀ। ਅਮਰੀਕ ਦੇ ਜੰਮਣ 'ਤੇ ਜਦੋਂ ਉਹ ਆਇਆ ਤਾਂ ਉਦੋਂ 2 ਕੋਠੜੀਆਂ, ਅੱਗੇ ਸੋਫਾ ਤੇ ਅੱਗੇ ਬਰਾਂਡਾ ਚਤਵਾ ਕੇ ਉੱਪਰ ਚੁਬਾਰਾ ਪਾ ਗਿਆ ਸੀ। ਤੇ ਜਦੋਂ ਉਹ ਅਮਰੀਕ ਦੇ ਜਨਮ 'ਤੇ ਆਇਆ ਸੀ ਤਾਂ ਉਹਨਾਂ ਨੂੰ ਘਰ ਬਣਾ ਕੇ ਦੇ ਗਿਆ ਸੀ, ਕੋਠੇ, ਬਰਾਂਡਾ ਤੇ ਚੁਬਾਰਾ। ਉਹ ਕਰਤਾਰ ਸਿੰਘ ਨੂੰ ਬਹੁਤ ਸਮਝਾਉਂਦਾ ਕਿ ਫਜ਼ੂਲ ਖਰਚੀ ਵਿੱਚ ਪੈਸਾ ਘੱਟ ਉਡਾਇਆ ਕਰੇ, ਕੋਈ ਜ਼ਮੀਨ ਹੋਰ ਖਰੀਦ ਲਵੇ। ਉਹ ਦੱਸਦਾ ਕਿਵੇਂ ਉਹ ਰੋਟੀ ਤੋਂ ਆਤੁਰ ਹੋ ਕੇ ਕਰਜ਼ੇ ਹੇਠਾਂ ਦਬੇ ਜਾਣ 'ਤੇ ਜ਼ਮੀਨ ਗਹਿਣੇ ਪਾ ਦੇਣ 'ਤੇ ਘਰੋਂ ਨਿਕਲਿਆ ਸੀ, ਕਿ ਕਿਵੇਂ ਉਹ ਰੋਟੀ ਤੋਂ ਮਜਬੂਰ ਹੋ ਕੇ ਕਰਜ਼ੇ ਥੱਲੇ ਦਬ ਗਿਆ ਸੀ ਤੇ ਜ਼ਮੀਨ ਉਹਨੇ ਗਹਿਣੇ ਰੱਖ ਦਿੱਤੀ ਸੀ। ਤਾਂ ਉਹ ਘਰੋਂ ਗਿਆ ਸੀ ਪੈਸਾ ਕਮਾਉਣ ਵਾਸਤੇ। ਤੇ ਕਿਵੇਂ ਫਿਰ ਉਸਨੇ ਹੌਲੀ ਹੌਲੀ ਗਹਿਣੇ ਪਾਈ ਸਾਰੀ ਪੈਲੀ ਛੁਡਵਾਈ, ਸਾਰੀ ਜ਼ਮੀਨ ਛੁਡਵਾ ਲਿੱਤੀ ਸੀ। ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ ਕਿ ਬਾਹਰਲੇ ਮਤਲਬ ਦੂਜੇ ਦੇਸ਼ਾਂ ਵਿੱਚ ਕੰਮ ਦੀ ਕਿੰਨੀ ਕਦਰ ਹੈ, ਜਿੱਥੇ ਨਿੱਕੇ ਤੋਂ ਨਿੱਕਾ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਸਮਝਦਾ, ਨਮੋਸ਼ੀ ਸ਼ਰਮ ਨਹੀਂ ਸਮਝੀ ਜਾਂਦੀ, ਜਿੱਥੇ ਫੂਫਾਂ ਦਾ ਕੋਈ ਅਰਥ ਨਹੀਂ ਸਨ, ਜਿੱਥੇ ਕੋਈ ਦਿਖਾਵਾ ਨਹੀਂ ਸੀ। ਅਮਰੀਕ ਨੂੰ ਯਾਦ ਸੀ ਜਦੋਂ ਉਸਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਸਨੇ ਪਿਓ ਨੂੰ ਆਖਿਆ ਸੀ, ਉਹ ਕਰਤਾਰ ਸਿਆਂ, ਜਦੋਂ ਮੈਂ ਆਉਂਦਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ, ਪਰ ਤੂੰ ਕਿਤੇ ਵਿਹਲੇ ਸੋਫੀ ਹਾਲਤ ਵਿੱਚ ਹੋਵੇਂ ਤਾਂ ਹੀ ਨਾ, ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਤੇਰੇ ਨਾਲ ਬੈਠ ਕੇ ਗੱਲਾਂ ਕਰਾਂ, ਪਰ ਤੂੰ ਤਾਂ ਹਮੇਸ਼ਾ ਨਸ਼ੇ 'ਚ ਡੁੱਬਿਆ ਹੁੰਦਾ ਹੈ। ਸੋਫੀ ਹਾਲਤ ਮਤਲਬ ਸਧਾਰਨ ਹਾਲਤ ਵਿੱਚ ਹੋਵੇਂ ਤਾਂ ਹੀ ਤੇਰੇ ਨਾਲ ਗੱਲ ਕਰਾਂ। ਕਰ ਤੂੰ ਜਿਹੜੀ ਗੱਲ ਕਰਨੀ ਹੈ, ਤੇਰੀ ਨਹੀਂ ਤੇ ਹੋਰ ਕਿਹਦੀ ਮੰਨਣੀ ਆ? ਤੇਰੇ ਸਿਰ ਤੇ ਬਜ਼ੁਰਗ ਐਸ਼ਾਂ ਕਰਦੇ ਆ। ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਾਏ,
ਸਨ ਤੇ ਨਾ ਜ਼ਮੀਨ ਖਰੀਦੀ ਸੀ। ਨਾ ਤਾਂ ਉਹ ਬਣੇ ਹੋਏ ਮਕਾਨ ਨੂੰ ਕਲੀ ਵਗੈਰਾ ਕਰਵਾਈ, ਨਾ ਹੀ ਹੋਰ ਜ਼ਮੀਨ ਖਰੀਦੀ। ਉਦੋਂ ਦੀ ਛੁੱਟੀ ਕੱਟ ਕੇ ਗਿਆ ਉਹਦਾ ਪਿਓ ਤੀਸਰੇ ਚੌਥੇ ਮਹੀਨੇ ਚੜ੍ਹਾਈ ਕਰ ਗਿਆ, ਮਤਲਬ ਸਵਰਗ ਸਿਧਾਰ ਗਿਆ। ਹੱਸਦੇ ਖੇਡਦੇ ਕਰਤਾਰ ਸਿੰਘ ਦੇ ਸਿੰਘਾਂ ਤੇ ਸਿਰ ਤੇ ਪੈ ਗਈ। ਤੇ ਹੱਸਦਾ ਖੇਡਦਾ ਮਤਲਬ ਐਸ਼ ਕਰਦੇ ਕਰਤਾਰ ਸਿੰਘ ਦੇ ਸਿੰਘਾਂ ਤੇ ਸਿਰ ਤੇ ਪੈ ਗਈ, ਮਤਲਬ ਉਹਦੇ ਤੇ ਜ਼ਿੰਮੇਵਾਰੀ ਆ ਗਈ, ਭਾਰ ਆ ਗਿਆ। ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ। ਜਿਹੜਾ ਉਹਦੇ ਪਿਤਾ ਪੈਸਾ ਭੇਜਦਾ ਸੀ ਉਹ ਬੰਦ ਹੋ ਗਿਆ। ਤੇ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਹੀ ਕਰਾਏ, ਖੇਤੀਬਾੜੀ ਕਰਵਾ ਲਏ, ਤਾਂ ਹੀ ਗੁਜ਼ਾਰਾ ਚੱਲੇਗਾ। ਅਮਰੀਕ ਨੂੰ ਇਹ ਵੀ ਗੱਲ ਕੱਲ੍ਹ ਵਾਂਗ ਯਾਦ ਸੀ ਜਦੋਂ ਉਸਦਾ ਪਿਓ ਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੀ ਇੱਕ ਜੋੜੀ ਖਰੀਦ ਕੇ ਲਿਆਏ ਸਨ। ਲਿਸ਼ ਕਰਦੇ ਚਿੱਟੇ ਦੁੱਧ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਜੁੱਪੇ ਸਨ ਤਾਂ ਉਹਨਾਂ ਦੀ ਜੋਗ ਜਿੱਤ ਕੇ ਮੋੜੀ ਸੀ। ਉਸਨੂੰ ਯਾਦ ਸੀ ਕਿ ਉਸਦੇ ਪਿਤਾ ਤੇ ਮਾਮਾ ਬੀਕਾਨੇਰ ਰਾਜਸਥਾਨ ਵਿੱਚੋਂ ਬਲਦਾਂ ਦੀ ਜੋੜੀ ਖਰੀਦ ਕੇ ਲਿਆਏ ਤੇ ਉਹ ਲਿਸ਼ਕਦੇ ਮਤਲਬ ਚਿੱਟੇ ਦੁੱਧ ਵਰਗੇ ਜਿਹੜੇ ਬਲਦ ਸੀ ਅਮਰੀਕ ਦੇ ਨਾਨਕੇ ਹਲ ਅੱਗੇ ਜੋਤ ਕੇ ਗਏ ਸਨ ਤਾਂ ਕਿ ਇਹ ਖੇਤੀਬਾੜੀ ਕਰੇ। ਭਾਵੇਂ ਘਰ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਦੇ ਸਿਰ ਤੇ ਪੈ ਗਈ ਸੀ, ਪਰ ਫਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ ਧੋਤੇ ਰੱਖਦਾ। ਉਸਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ। ਬੰਦਾ ਰੱਖ ਕੇ ਵਾਹੀ ਕਰਾਉਂਦਾ, ਆਪ ਪੱਠੇ ਲਿਆ ਛੱਡਦਾ ਤੇ ਫਿਰ ਖੁੰਡਾਂ ਤੇ ਬਹਿ ਛੱਡਦਾ ਤੇ ਤਾਸ਼ ਖੇਡਦਾ ਰਹਿੰਦਾ। ਘਰ ਦੇ ਵੀ ਸਮਝਾਉਂਦੇ ਤੇ ਬਾਹਰ ਦੇ ਵੀ। ਵਾਹੀਆਂ ਮਿੱਟੀ ਨਾਲ ਮਿੱਟੀ ਹੋਈਆਂ ਹੁੰਦੀਆਂ ਨੇ। ਬਗਾਨੇ ਪੁੱਤ ਦੇ ਸਿਰ ਤੇ ਹੋਇਆ ਬਿਨਾਂ ਕੰਮ ਨਹੀਂ ਕਰਦੇ। ਕਿ ਜਿਹੜੀ ਖੇਤੀਬਾੜੀ ਹੈ ਨਾ, ਉਹਦੇ ਵਿੱਚ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ, ਭਾਵ ਬਹੁਤ ਮਿਹਨਤ ਕਰਨੀ ਪੈਂਦੀ ਹੈ। ਬਗਾਨੇ ਪੁੱਤ ਦੇ ਕਿਸੇ ਦੇ ਆਸਰੇ ਤੇ ਕੰਮ ਨਹੀਂ ਹੁੰਦੇ। ਇੰਝ ਝੱਟ ਨਹੀਂ ਸਰਨਾ, ਇੰਝ ਤੇਰਾ ਗੁਜ਼ਾਰਾ ਨਹੀਂ ਹੋਣਾ। ਅਮਰੀਕ ਦੀ ਦਾਦੀ ਰਾਤ ਨੂੰ ਦੇਰ ਤੱਕ ਘਰ ਨਾ ਆਉਣ ਤੇ ਬਾਹਰ ਢਾਣੀਆਂ 'ਚ ਬੈਠੇ ਰਹਿਣ ਤੇ ਕਰਤਾਰ ਸਿੰਘ ਨੂੰ ਔਖੀ ਹੁੰਦੀ। ਨੜਚਿਆ ਬੰਦਿਆਂ ਵਾਲੇ ਚਾਲੇ ਫੜ, ਉਹਨੂੰ ਸਮਝਾਉਂਦੀ ਕਿ ਨੜਚਿਆ ਮੂਰਖਾ, ਇਨਸਾਨਾਂ ਵਾਲੇ ਕੰਮ ਕਰ, ਚਾਲੇ ਫੜ, ਉਸ ਰਾਸਤੇ ਤੇ ਚੱਲ ਜਿਹੜੇ ਤੇ ਇਨਸਾਨ ਚੱਲਦੇ ਹਨ। ਧੀਆਂ ਪੁੱਤਰਾਂ ਵਾਲਾ ਹੋ ਗਿਆ ਹੈ, ਕੰਮ ਕੀਤਿਆਂ ਬਿਨਾਂ ਫੈਲਸੂਫੀਆਂ ਪੁੱਗਣੀਆਂ ਹੀ। ਬਿਨਾਂ ਕੰਮ ਕੀਤੇ ਇਹ ਫੈਲਸੂਫੀਆਂ ਫਜ਼ੂਲ ਖਰਚੀਆਂ ਤੇਰੀਆਂ ਪੁੱਗਣੀਆਂ ਨਹੀਂ, ਪੂਰੀਆਂ ਨਹੀਂ ਹੋਣੀਆਂ। ਭਾਵ ਹੁਣ ਤੈਨੂੰ ਕੰਮ ਕਰਨਾ ਪਏਗਾ, ਤੇਰੇ ਸਿਰ ਤੇ ਜ਼ਿੰਮੇਵਾਰੀ ਹੈ। ਪੁੱਗ ਜਾਣਗੀਆਂ ਬੁੱਢੜੀਏ, ਆਪੇ ਪੁੱਗ ਜਾਣਗੀਆਂ, ਤੂੰ ਚਿੰਤਾ ਨਾ ਕਰ। ਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ, ਜੋ ਕਿੰਨੇ ਚਿਰ ਦੀ ਚੌਕੇ ਵਿੱਚ ਬੈਠੀ ਉਸਨੂੰ ਉਡੀਕ ਰਹੀ ਹੁੰਦੀ ਸੀ। ਤੂੰ ਕੁੜੀਏ ਇਹਨੂੰ ਆਪ ਨਹੀਂ ਵਰਜਦੀ ਰੋਕਦੀ। ਪ੍ਰਸ਼ਾਦੇ ਗਰਮ ਕਰ ਕਰਕੇ ਖਵਾਉਂਦੀ ਐ, ਇਹ ਵਿਗੜੇ ਕਿਉਂ ਨਾ। ਜਦੋਂ ਆਪੇ ਠੰਡਾ ਤੋਸਾ ਮੱਥੇ ਮਾਰਿਆ ਕਰਸੂ, ਵੇਖ ਲਈ, ਨਹੀਂ ਤੇ ਔਖੀ ਹੋਏਗੀ। ਜਦੋਂ ਆਵੇ ਠੰਡੀਆਂ ਰੋਟੀਆਂ, ਜਿਹੜਾ ਖਾਣ ਪੀਣ ਦਾ ਠੰਡਾ ਸਮਾਨ ਇਹਨਾਂ ਨੂੰ ਉਹਦੇ ਅੱਗੇ ਰੱਖ ਦਿਆ ਕਰ, ਨਹੀਂ ਤਾਂ ਤੂੰ ਔਖੀ ਹੋਏਗੀ ਜੇ ਇੰਨਾ ਸਿਰ ਚੜ੍ਹਾਏਗੀ ਤਾਂ, ਬਜ਼ੁਰਗ ਮਾਂ ਆਖਦੀ। ਤੇ ਠੀਕ ਹੀ ਉਸਦੀ ਮਾਂ ਬੜੀ ਔਖੀ ਹੋਈ ਸੀ ਅਮਰੀਕ ਦੇ ਬਾਲ ਮਨ ਤੇ। ਉਹ ਰਾਤ ਉਕਰੀ ਹੋਈ ਸੀ ਜਦੋਂ ਉਹ ਗੁਆਂਢੀਆਂ ਦੀ ਕੁੜੀ ਵੀਰੋ ਕੋਲੋਂ ਬਾਤਾਂ ਸੁਣ ਰਿਹਾ ਸੀ, ਗੱਲਾਂ ਕਰ ਰਿਹਾ ਸੀ, ਕਹਾਣੀਆਂ ਸੁਣ ਰਿਹਾ ਸੀ ਪੜੋਸੀਆਂ ਦੀ ਕੁੜੀ ਕੋਲੋਂ, ਵੀਰੋ ਕੋਲੋਂ। ਉਹਨਾਂ ਦੇ ਘਰ ਚੀਕ ਚਿਹਾੜਾ ਮੱਚ ਗਿਆ, ਰੌਲਾ ਰੱਪਾ ਮੱਚ ਗਿਆ। ਵੀਰੋ ਭੁੜਕ ਕੇ ਮੰਜੇ ਤੋਂ ਉੱਠੀ, ਭੁੜਕ ਕੇ ਇੱਕੋ ਦਮ ਮੰਜੇ ਤੋਂ ਉੱਠੀ ਤੇ ਉਸਦੇ ਪਿੱਛੇ ਹੀ ਅਮਰੀਕ ਦੌੜ ਪਿਆ। ਘਰ ਵਿੱਚ ਕੁਹਰਾਮ ਮੱਚਿਆ ਹੋਇਆ ਸੀ, ਕੁਹਰਾਮ ਰੋਣਾ ਪਿੱਟਣਾ ਮੱਚਿਆ ਹੋਇਆ ਸੀ। ਨਿਆਣੇ ਰੋ ਰਹੇ ਸਨ ਤੇ ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਵਹੁਟੀ ਨੂੰ ਕੁੱਟੀ ਜਾ ਰਿਹਾ ਸੀ। ਉਹ ਆਪਣੀ ਘਰਵਾਲੀ ਨੂੰ, ਭਾਵ ਅਮਰੀਕ ਦੀ ਮਾਂ ਨੂੰ, ਕੱਪੜੇ ਧੋਣ ਵਾਲੇ ਥਾਪੀ ਨਾਲ ਕੁੱਟ ਰਿਹਾ ਸੀ। ਉਹ ਰੱਜ ਕੇ ਸ਼ਰਾਬ ਪੀਤੀ ਹੋਈ ਸੀ, ਉਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਬਿਨਾਂ ਕੋਈ ਗੱਲ ਕੀਤਿਆਂ ਤੈਂ ਜੜੀ ਜਾ ਰਿਹਾ ਸੀ, ਫਟਾਫਟ ਮਾਰੀ ਜਾ ਰਿਹਾ ਸੀ। ਆਂਢੀ ਗੁਆਂਢੀ ਇਕੱਠੇ ਹੋ ਗਏ।
ਮਸਾਂ ਰੋਂਦੀ ਜਗੀਰ ਕੌਰ ਨੂੰ ਬਚਾਇਆ ਤੇ ਕਰਤਾਰ ਸਿੰਘ ਨੂੰ ਧੂ ਕੇ ਡੰਗਰਾਂ ਕੋਲ ਬਾਹਰ ਉਸਦੀ ਮੰਜੀ ਤੇ ਲੈ ਗਈ। ਰੋਂਦੀ ਹੋਈ ਜਗੀਰ ਕੌਰ ਕਹਿ ਰਹੀ ਸੀ, ਦੱਸ ਮੈਂ ਕੀ ਕਸੂਰ ਕੀਤਾ? ਮੇਰੀ ਗਲਤੀ ਕੀ ਹੈ? ਮੈਂ ਇਹੋ ਆਖਿਆ ਭਈ ਭਲਿਆ ਮਾਨਸਾ, ਉੱਤੋਂ 100 ਖਰਚ ਪਏ ਆ, ਤੂੰ ਸ਼ਰਾਬਾਂ ਪੀਂਦਾ ਫਿਰਦਾ ਹੈ। ਜਦੋਂ ਪੁੱਗਦੀ ਸੀ ਪੀ ਲਈ, ਮਤਲਬ ਜਦੋਂ ਸਰਦਾ ਸੀ ਤੂੰ ਪੀ ਲਈ, ਹੁਣ ਸਾਥੋਂ ਨਹੀਂ ਪੁੱਗਦੀ, ਹੁਣ ਗੁਜ਼ਾਰਾ ਨਹੀਂ ਹੁੰਦਾ। ਨਾ ਆਪ ਦੇਖਿਆ ਨਾ ਤਾਵ, ਨਾ ਇੱਧਰ ਦੇਖਿਆ ਨਾ ਉੱਧਰ, ਮੇਰੀਆਂ ਮੋਹਰਾਂ ਸੇਕ ਦਿੱਤੀਆਂ, ਮੋਹਰਾਂ ਮੋਢੇ ਭੰਨ ਦਿੱਤੇ ਮੇਰੇ। ਕੋਈ ਨਹੀਂ, ਹੌਸਲਾ ਰੱਖ, ਖਬਰੇ ਕੀ ਹੋ ਗਿਆ ਹੈ। ਸਿਆਣਾ ਬਿਆਣਾ ਸੀ। ਆਸ-ਪਾਸ ਦੀਆਂ ਔਰਤਾਂ ਨੂੰ ਸਮਝਾਉਂਦੀਆਂ ਹਨ ਜਨਾਨੀਆਂ ਕਿ ਤੂੰ ਹੌਸਲਾ ਰੱਖ, ਪਤਾ ਨਹੀਂ ਕੀ ਹੋ ਗਿਆ ਇਹਨੂੰ, ਚੰਗਾ ਭਲਾ ਸੀ, ਐਂ ਤਾਂ ਕਦੀ ਨਹੀਂ ਕੀਤਾ ਅੱਗੇ। ਕਹਿੰਦੀਆਂ ਜਨਾਨੀਆਂ ਤੁਰ ਗਈਆਂ, ਚਲੀਆਂ ਗਈਆਂ। ਕਰਤਾਰ ਸਿੰਘ ਬਿਨਾਂ ਰੋਟੀ ਖਾਧਿਆਂ ਹੀ ਸੌਂ ਗਿਆ। ਭਾਂਡਾ ਢਿੰਡਾ ਸਾਂਭ ਕੇ, ਬਰਤਨ ਵਗੈਰਾ ਸੰਭਾਲ ਕੇ, ਕੁੜੀਆਂ ਨੂੰ ਲੰਮੀਆਂ ਪਾ ਕੇ ਜਗੀਰ ਕੌਰ ਦਰਵਾਜ਼ੇ 'ਚ ਜਗਦਾ ਦੀਵਾ ਬੁਝਾਉਣ ਲੱਗੀ ਤਾਂ ਨਿਮੋਜਨ ਚੌਕੇ 'ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ 'ਤੇ ਪੈਣ ਲਈ ਕਿਹਾ। ਨਿਮੋਜਨ ਉਦਾਸ, ਸ਼ਰਮਿੰਦਾ ਅਮਰੀਕ ਨੂੰ ਚੌਂਕੇ 'ਚ, ਚੌਂਕਾ ਹੁੰਦਾ ਸੀ ਵਿਹੜੇ ਵਿੱਚ ਰੋਟੀ ਬਣਾਉਣ ਦੀ ਜਗ੍ਹਾ ਚਾਰਦੀਵਾਰੀ ਕਰਕੇ ਕੀਤੀ ਹੁੰਦੀ ਸੀ, ਉਠਾ ਕੇ ਮੰਜੇ 'ਤੇ ਪੈਣ ਲਈ ਕਿਹਾ। ਉਹ ਉੱਠਿਆ ਨਾ। ਜਗੀਰ ਕੌਰ ਨੇ ਉਸਨੂੰ ਬਾਹੋਂ ਫੜ ਕੇ ਉਠਾਇਆ। ਉੱਠ ਮੇਰਾ ਬੀਬਾ ਪੁੱਤ, ਮੇਰਾ ਸਿਆਣਾ ਪੁੱਤ। ਤੇ ਉਹ ਫਿੱਸ ਪਈ। ਦਿਲ ਭਰ ਗਿਆ। ਉਸ ਡੂੰਘਾ ਹੌਂਕਾ ਭਰਿਆ ਔਖਾ ਸਾਹ ਲਿੱਤਾ। ਅੱਛਾ ਪੁੱਤ, ਤੁਹਾਡੇ ਕਰਮ। ਤੇ ਫਿਰ ਉਸਦੇ ਚਿੱਤੇ ਹੋਠਾਂ ਵਿੱਚ ਇਹ ਗੱਲ ਜਿਵੇਂ ਬਾਹਰ ਆ ਗਈ। ਉਹਦੇ ਬੁੱਲ੍ਹਾਂ ਵਿੱਚ ਰੁਕੀ ਹੋਈ ਗੱਲ ਬਾਹਰ ਆ ਗਈ ਕਿ ਤੁਹਾਡੇ ਕਰਮ ਨੇ ਇਹ। ਮੈਂ ਤਾਂ ਹਰੀਕੀ ਡੁੱਬ ਕੇ ਮਰ ਜਾਣਾ। ਮੈਂ ਤਾਂ ਕਿਸੇ ਨਹਿਰ ਵਿੱਚ ਜਾਂ ਹਰੀਕੇ ਪੱਤਨ ਦਰਿਆ ਹੈ, ਉਹਦੇ ਵਿੱਚ ਡੁੱਬ ਕੇ ਮਰ ਜਾਣਾ। ਜਦੋਂ ਲੱਭੀ ਨਾ ਤੂੰ ਦੱਸ ਦੇਈਂ। ਤੇ ਉਹ ਫਿਰ ਰੋਣ ਲੱਗ ਪਈ। ਜਿਵੇਂ ਗੁੱਸਾ ਆ ਜਾਂਦਾ ਤਾਂ ਮਨੁੱਖ ਸੋਚਦਾ ਕਿ ਮੈਂ ਮਰ ਜਾਵਾਂ ਕਿਤੇ। ਤੇ ਕਹਿੰਦੀ ਹੈ ਜੇ ਨਾ ਲੱਭੀ ਤਾਂ ਤੂੰ ਦੱਸ ਦੇਈਂ। ਵੀ ਅਮਰੀਕ ਵੀ ਰੋਣ ਲੱਗ ਪਿਆ। ਬੀਬੀ, ਇਹ ਕਹਿੰਦਾ ਹੋਇਆ ਅਮਰੀਕ ਦਾ ਵੀ ਰੋਣਾ ਨਿਕਲ ਆਇਆ। ਮਾਂ ਨੇ ਉਸਨੂੰ ਘੁੱਟ ਕੇ ਗਲ ਨਾਲ ਲਾ ਲਿਆ ਤੇ ਫਿਰ ਦੋਵੇਂ ਦੀਵਾ ਬੁਝਾ ਕੇ ਲੇਟ ਗਏ। ਦੋਹਾਂ ਨੂੰ ਨੀਂਦ ਨਹੀਂ ਸੀ ਪੈ ਰਹੀ। ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਨੇ ਕਹਿੰਦਾ ਲੰਮਾ ਹੋਕਾ ਹਵਾ ਵਿੱਚ ਰਲ ਜਾਂਦਾ। ਕਦੇ ਉਹਦੀ ਮਾਂ ਦੇ ਮੂੰਹੋਂ ਵਾਹਿਗੁਰੂ ਨਿਕਲਦਾ ਤੇ ਠੰਡਾ ਸਾਹ ਹਵਾ ਵਿੱਚ ਚਲਾ ਜਾਂਦਾ। ਅਮਰੀਕ ਦੇ ਮਨ ਵਿੱਚ ਵਾਰ-ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ। ਮੈਂ ਤਾਂ ਹਰੀਕੀ ਡੁੱਬ ਕੇ ਮਰ ਜਾਣਾ, ਕਿ ਮੈਂ ਤਾਂ ਕਦੇ ਨਾ ਕਦੇ ਖੂਹ 'ਚ ਜਾਂ ਹਰੀਕੇ ਡੁੱਬ ਕੇ ਮਰ ਜਾਣਾ ਹੈ। ਉਸਨੇ ਹਰੀਕੇ ਦੇਖਿਆ ਨਹੀਂ ਸੀ। ਉਸਨੇ ਭਾਵੇਂ ਹਰੀਕੇ ਦਰਿਆ ਹੈ ਜੋ ਉਹ ਦੇਖਿਆ ਨਹੀਂ ਸੀ, ਪਰ ਅੱਖਾਂ ਵਿੱਚੋਂ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਤੇ ਉਸਦੇ ਫੁੱਲੇ ਹੋਏ ਸਰੀਰ ਨੂੰ ਵੇਖ ਰਿਹਾ ਸੀ। ਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ। ਪਿੰਡ ਦੀ ਇੱਕ ਹੋਰ ਜਨਾਨੀ ਜਿਹਦਾ ਨਾਮ ਗਾਬੋ ਸੀ, ਉਹਦੇ ਅੱਖਾਂ ਅੱਗੇ ਆ ਗਈ। ਤੇ ਹੁਣ ਉਸਨੂੰ ਰਹਿ ਕੇ ਉਹ ਇਹ ਖਿਆਲ ਆਉਂਦਾ ਕਿ ਇੰਨੀ ਦੂਰ ਹਰੀਕੇ ਹੀ ਕਿਉਂ? ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਵੀ ਤਾਂ ਡੁੱਬ ਕੇ ਮਰ ਸਕਦੀ ਸੀ। ਖਿਆਲ ਆ ਰਿਹਾ ਉਹਨੂੰ ਇਹ। ਤੇ ਜਿੱਥੇ ਪਿੰਡ ਦੀ ਇੱਕ ਮਾਈ ਗਾਬੋ ਡੁੱਬ ਕੇ ਮੋਈ ਸੀ, ਉਹਨਾਂ ਦੇ ਪਿੰਡ ਦੀ ਇੱਕ ਔਰਤ ਜਿਹਦਾ ਨਾਮ ਮਾਈ ਗਾਬੋ ਸੀ, ਉਹ ਡੁੱਬ ਕੇ ਮਰੀ ਸੀ। ਕਿਸੇ ਹੋਰ ਖੂਹ ਵਿੱਚ ਵੀ ਮਰ ਸਕਦੀ ਸੀ। ਹਰੀਕੇ ਹੀ ਕਿਉਂ? ਤੇ ਉਸ ਘੁੱਟ ਕੇ ਅੱਖਾਂ ਮੀਚੀਆਂ। ਉਸਨੇ ਕਿੰਨਾ ਪਾਪ ਕੀਤਾ ਸੀ। ਉਸਨੂੰ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ? ਉਸਨੂੰ ਤਾਂ ਏਦਾਂ ਬਿਲਕੁਲ ਹੀ ਨਹੀਂ ਸੋਚਣਾ ਚਾਹੀਦਾ। ਤੇ ਉਹ ਆਪਣੇ ਪਿਓ ਤੇ ਹੈਰਾਨ ਹੋ ਰਿਹਾ ਸੀ ਕਿ ਅੱਜ ਵਾਂਗ ਤਾਂ ਉਸਨੇ ਕਦੀ ਨਹੀਂ ਸੀ ਪੀਤੀ। ਉਸ ਤਾਂ ਕਦੀ ਵੀ ਉਸਦੇ ਮਾਂ ਨੂੰ ਨਹੀਂ ਸੀ ਕੁੱਟਿਆ। ਤੇ ਫਿਰ ਜਿਵੇਂ ਉਸਨੂੰ ਸਮਝ ਪਈ, ਦੇਖੋ ਜਦੋਂ ਘਰ ਵਿੱਚ ਤੰਗੀ ਹੁੰਦੀ ਹੈ ਉਦੋਂ ਮਤਲਬ ਜਿਹੜਾ ਛੋਟਾ ਕਿਸਾਨ ਹੈ, ਜਿਹਨਾਂ ਕੋਲ ਜ਼ਮੀਨ ਘੱਟ ਹੈ, ਉਹਨਾਂ ਦੀ ਕਿਹੋ ਜਿਹੀ ਹਾਲਤ ਹੋ ਜਾਂਦੀ ਹੈ। ਆਰਥਿਕ ਤੰਗੀ ਕਾਰਨ
ਨਸ਼ਿਆਂ 'ਚ ਵੜ ਜਾਂਦਾ ਹੈ। ਨਸ਼ੇ ਜਦੋਂ ਕਰਨ ਲੱਗ ਜਾਂਦਾ ਹੈ ਤਾਂ ਘਰਦਿਆਂ ਨੂੰ ਮਾਰਨ ਕੁੱਟਣ ਦੀ ਨੌਬਤ ਆ ਜਾਂਦੀ ਹੈ। ਅਤੇ ਕਹਿੰਦਾ ਕਿ ਇਸ ਤਰ੍ਹਾਂ ਤਾਂ ਉਸਦੇ ਪਿਓ ਨੇ ਅੱਜ ਤੱਕ ਨਹੀਂ ਸੀ ਕੀਤੀ। ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਅਤੇ ਉਸਨੇ ਆਪਣੇ ਇਕੱਲੇ ਭਰਾ ਨੂੰ ਬਣ ਠਣ ਕੇ ਆਉਣ ਲਈ ਕਿਹਾ ਸੀ। ਉਸਦੀ ਭੂਆ ਦੀਆਂ 2 ਕੁੜੀਆਂ ਦਾ ਵਿਆਹ ਸੀ। ਉਹਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਬਣ ਠਣ ਕੇ ਆਵੇ, ਚੰਗਾ ਸਜ ਧਜ ਕੇ ਆਵੇ। ਵਾਹੀਆਂ ਵਿੱਚੋਂ ਬਚਦਾ ਹੀ ਕੀ ਸੀ, ਖੇਤੀ ਵਿੱਚੋਂ ਕੀ ਬਚਦਾ ਸੀ। ਕਰਤਾਰ ਸਿੰਘ ਜਿਸ ਦਿਨ ਦਾ ਖੱਤ ਆਇਆ ਸੀ ਖਿਝਿਆ ਖਿਝਿਆ ਰਹਿੰਦਾ ਸੀ। ਜਦੋਂ ਉਹਦੀ ਚਿੱਠੀ ਆਈ ਸੀ ਉਹਦਾ ਮਨ ਖਿਝਿਆ ਖਿਝਿਆ ਰਹਿੰਦਾ ਸੀ। ਅਤੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ, ਉਹ ਸੋਚਦਾ ਸੀ ਕਿ ਪੈਸੇ ਕਿੱਥੋਂ ਹੋਣ। ਉਸਨੇ ਸਾਹੂਕਾਰਾਂ ਤੋਂ ਪੁੱਛਿਆ, ਪਰ ਇੰਨਾ ਜ਼ਿਆਦਾ ਵਿਆਜ। ਇੱਕੋ ਭੈਣ ਦਾ ਇੱਕੋ ਭਰਾ ਸੀ। ਭੈਣ ਨੇ ਲਿਖਿਆ ਸੀ ਉਸ ਕਿਹੜਾ ਰੋਜ਼ ਰੋਜ਼ ਕੁੜੀਆਂ ਵਿਆਹੁਣੀਆਂ ਸਨ। ਕਰਤਾਰ ਉਸਨੂੰ ਪਿਓ ਦੀ ਥਾਂ ਸੀ ਅਤੇ ਭਰਾ ਵੀ, ਉਹ ਪਿਓ ਦੀ ਜਗ੍ਹਾ ਵੀ ਪੂਰਦਾ ਸੀ ਅਤੇ ਭਰਾ ਵੀ ਸੀ। ਅਤੇ ਆਪਣੀਆਂ ਟੂਮਾਂ ਦੇਣ ਲਈ ਕਹਿ ਰਿਹਾ ਸੀ। ਉਹ ਜਗੀਰ ਕੌਰ ਨੂੰ, ਅਮਰੀਕ ਦੀ ਮਾਂ ਨੂੰ ਕਹਿ ਰਿਹਾ ਸੀ ਕਿ ਆਪਣੇ ਗਹਿਣੇ ਦੇ ਦੇਵੇ। ਅਤੇ ਉਹ ਲੋਡੇ ਵੇਲੇ ਦਾ ਉਸਨੂੰ ਸਮਝਾ ਥੱਕਿਆ, ਪਰ ਉਹ ਕਹਿੰਦੀ ਮੇਰਾ ਅੱਗੇ ਕੀ ਰਹਿ ਗਿਆ। ਉਸ ਸ਼ਾਮ ਵੇਲੇ ਦਾ ਉਹਨੂੰ ਸਮਝਾਉਣ ਲੱਗਿਆ ਸੀ, ਪਰ ਉਹ ਕਹਿ ਰਹੀ ਸੀ ਕਿ ਤੁਸੀਂ ਸਾਰਾ ਗਹਿਣਾ ਘਰੇ ਹੀ ਖਾਧਾ ਹੈ, ਹੁਣ ਇਹ ਵੀ, ਪਹਿਲਾਂ ਸਾਰਾ ਗਹਿਣੇ ਵੀ ਖਰਾਬ ਕਰ ਦਿੱਤੇ ਹਨ, ਹੁਣ ਇਹ ਵੀ। ਅਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਗਹਿਣੇ ਨਾ ਦੇ ਕੇ ਮਾੜੀ ਕਰ ਰਹੀ ਹੈ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਹੈ। ਅਤੇ ਉਹਦੇ ਅੜਬੁਣ ਵਿੱਚ ਉਸਦੀ ਅੱਖ ਲੱਗ ਗਈ ਸੀ। ਇਸੇ ਦੁਵਿਧਾ ਵਿੱਚ ਉਹਨੂੰ ਨੀਂਦ ਆ ਗਈ। ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ, ਪੂਰੇ ਹੋ ਗਏ, ਕੰਮ ਹੋ ਗਿਆ। 10 ਵਿੱਚੋਂ 2 ਕਿੱਲੇ ਗਹਿਣੇ ਧਰ ਦਿੱਤੇ ਗਏ। 10 ਕਿੱਲਿਆਂ ਵਿੱਚੋਂ 2 ਕਿੱਲੇ ਜ਼ਮੀਨ ਗਹਿਣੇ ਰੱਖ ਦਿੱਤੀ। ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀ। ਪੀਣਾ ਤਾਂ ਜਿਵੇਂ ਉਸਦਾ ਨੇਮ ਬਣ ਗਿਆ ਸੀ। ਉਹ ਸ਼ਰਾਬ ਨਾਲ ਘਰ ਆਉਂਦਾ, ਸ਼ਰਾਬ ਨਾਲ ਭਰਿਆ ਹੋਇਆ ਘਰ ਆਉਂਦਾ, ਫਿਰ ਅਫੀਮ ਵੀ ਖਾਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਸਦੀ ਆਦਤ ਦਾ ਗੁਲਾਮ ਹੁੰਦਾ ਗਿਆ। ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਕਈ ਵਾਰ ਸਮਝਾਉਣ 'ਤੇ ਵੀ ਉਸ ਕੋਸ਼ਿਸ਼ ਵੀ ਕੀਤੀ ਕਿ ਛੱਡ ਦੇਵੇ, ਪਰ ਅਮਲ ਤਾਂ ਜਿਵੇਂ ਉਹਦੇ ਹੱਡਾਂ ਵਿੱਚ ਰਚ ਗਿਆ, ਜਿਵੇਂ ਜਿਹੜਾ ਹੈ ਨਸ਼ਾ ਹੈ ਉਸਦੇ ਅੰਗਾਂ ਵਿੱਚ ਰਚ ਗਿਆ ਸੀ। ਅਮਰੀਕ ਦੇ ਵਹਿੰਦਿਆਂ ਕੁਝ ਸਾਲਾਂ ਵਿੱਚ ਹੀ ਉਸਦਾ ਪਿਓ ਨਸ਼ਿਆਂ ਕਰਕੇ ਬੁੱਢਾ ਹੋ ਗਿਆ ਸੀ। ਅਮਰੀਕ ਦੇ ਵੇਖਦੇ ਉਹਦਾ ਪਿਓ ਨਸ਼ੇ ਕਾਰਨ ਬੁੱਢਾ ਜਿਹਾ ਲੱਗਣ ਲੱਗ ਪਿਆ। ਘਰ ਵਿੱਚ ਹਰ ਵੇਲੇ ਖਿਝ, ਗੁੱਸਾ, ਤਣਾਅ ਦਾ ਮਾਹੌਲ ਬਣਿਆ ਰਹਿੰਦਾ। ਇੰਝ ਹੌਲੀ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜ੍ਹਦਾ ਗਿਆ। ਜਗੀਰ ਕੌਰ ਚਾਹੁੰਦਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਸੀ ਮਰ ਸਕੀ। ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੀ ਡੁੱਬਦੀ ਮਰਦੀ ਰਹਿੰਦੀ ਸੀ। ਉਹਨੇ ਆਤਮ ਹੱਤਿਆ ਤਾਂ ਨਹੀਂ ਕੀਤੀ, ਉਹ ਕਿਸੇ ਖੂਹ ਵਗੈਰਾ 'ਚ ਤਾਂ ਨਹੀਂ ਮਰੀ, ਪਰ ਉਹ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੈ, ਘਰ ਦੇ ਹਾਲਾਤਾਂ ਵਿੱਚ ਡੁੱਬਦੀ ਮਰਦੀ ਰਹਿੰਦੀ ਸੀ। ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਅਤੇ ਇੱਜ਼ਤ ਨਹੀਂ ਰਹਿ ਗਿਆ ਸੀ, ਕਿਉਂਕਿ ਉਸ ਕੋਲ ਪੈਸਾ ਨਹੀਂ ਸੀ ਰਿਹਾ। ਨਸ਼ੇ ਕਰਨ ਲੱਗ ਗਿਆ ਸੀ, ਅਫੀਮ ਖਾਣ ਲੱਗ ਗਿਆ ਸੀ। ਹੌਲੀ ਹੌਲੀ ਅਤ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ 'ਚੋਂ ਡਿੱਗ ਪਿਆ। ਬਹੁਤ ਚੰਗਾ ਲੱਗਣ ਵਾਲਾ ਪਿਤਾ ਉਸਨੂੰ ਉਹਦੀਆਂ ਨਜ਼ਰਾਂ 'ਚੋਂ ਡਿੱਗ ਪਿਆ, ਭਾਵ ਉਹਦਾ ਮਾਨ ਸਤਿਕਾਰ ਘੱਟ ਗਿਆ ਅਤੇ ਉਹ ਆਪਸ ਵਿੱਚ ਤਣੇ ਰਹਿੰਦੇ, ਗੁੱਸੇ ਰਹਿੰਦੇ। ਰੱਤਾ ਕੋ ਰਗੜ ਲੱਗਣ 'ਤੇ ਉਹ ਵਿਚਲਾ ਬਾਰੂਦ ਜਿਵੇਂ ਫਟ ਜਾਣ ਲਈ ਕਾਹਲਾ ਰਹਿੰਦਾ ਹੈ, ਅਤੇ ਇਸ ਬਾਰੂਦ ਵਿੱਚ ਉਸ ਦਿਨ ਫਟ ਹੀ ਪਿਆ ਜਦੋਂ ਵੱਡੀ ਕੁੜੀ ਬੰਸੋ ਦਾ ਸਾਕ ਅਗਲਿਆਂ ਇਸ ਲਈ ਛੱਡ ਦਿੱਤਾ ਕਿ ਕੁੜੀ ਦਾ ਪਿਓ ਅਮਲੀ ਹੈ। ਤਾਂ ਉਹਦੇ ਮਨ ਦਾ ਗੁੱਸਾ ਉਸ ਦਿਨ ਬਾਹਰ ਨਿਕਲਿਆ ਜਦੋਂ ਉਸਦੀ ਵੱਡੀ ਭੈਣ ਬੰਸੋ ਦਾ ਰਿਸ਼ਤਾ ਉਹਦੇ ਸਹੁਰਿਆਂ ਨੇ ਇਹ ਕਹਿ ਕੇ ਛੱਡਤਾ ਕਿ ਉਸਦਾ ਪਿਓ ਅਮਲੀ ਹੈ, ਭਾਵ ਨਸ਼ੇ ਕਰਦਾ ਹੈ। ਉਹਨਾਂ ਘਰ ਤਾਂ ਭੰਗ ਪੁੱਜਦੀ ਹੈ, ਉਹਨਾਂ ਦੇ ਘਰੇ ਤਾਂ ਕੀ ਹੈ, ਹਮੇਸ਼ਾ ਉਹਨਾਂ ਦੇ ਘਰ ਨਸ਼ੇ ਹਮੇਸ਼ਾ ਮਿਲਦੇ ਹਨ ਅਤੇ ਅੰਤਾਂ ਦੀ ਗਰੀਬੀ ਹੈ। ਅਮਰੀਕ ਇਸ ਗੱਲ ਤੋਂ ਖਿਝ ਕੇ ਝਗੜਿਆ ਸੀ ਕਿ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮੈਂ ਆਪਦੇ ਪਿਓ ਦੀ ਜਾਇਦਾਦ ਖਾਂਦਾ ਓਏ, ਮੈਂ ਨਹੀਂ ਕਿਸੇ ਕੰਜਰ ਦੇ ਆਖਿਆਂ ਹਟਣਾ, ਅਤੇ ਮੈਨੂੰ